ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਸਲਾਮ ਦਰਸ਼ਕਾਂ ਗਰੀਬਾਂ ਦੇ ਰਹਿਣ ਕਰੋ ਸੱਚੇ ਪਾਤਸ਼ਾਹ। ਸਰਬ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਮਕਰ ਦੀ ਸੰਗਰਾਂਦ ਬਾਬੇ ਰੰਗਾ ਸਿੰਘ ਜੀ ਬਾਰੇ ਸ਼ਬਦ ਪੜ੍ਹਿਆ ਆਪਣੀ ਭੈਣ ਨੇ। ਬਾਬਾ ਰੰਗਾ ਸਿੰਘ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਾਚਾ ਜੀ ਸਨ। ਪਰ ਜਦੋਂ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਸਰੀਰ ਛੱਡਿਆ, ਮਹਾਰਾਜ ਜੀ ਦੇਹ ਕਰਕੇ ਉਦੋਂ ਛੋਟੀ ਆਯੂ ਦੇ ਵਿੱਚ ਸੀ ਤੇ ਬਾਬੇ ਰੰਗਾ ਸਿੰਘ ਹੁਣੀ ਨੌਕਰੀ ਛੱਡ ਕੇ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋ ਗਏ। ਸਤਿਗੁਰੂ ਮਣੀ ਸਿੰਘ ਜੀ ਨੇ ਆ ਕੇ ਸਾਰਿਆਂ ਨੂੰ ਸੋਝੀ ਪਾਈ ਸੀ ਕਿ ਇਹ ਨੇਕ ਕਲੰਕ ਅਵਤਾਰ ਪਰਿਪੂਰਨ ਪ੍ਰਮਾਤਮਾ ਮਾਤ ਲੋਕ ਤੇ ਆਏ ਨੇ, ਕਲਯੁਗ ਦਾ ਨਾਸ਼ ਕਰਕੇ ਸਤਿਯੁਗ ਲਾਉਣਗੇ, ਗਊ ਗਰੀਬ ਦੀ ਰਕਸ਼ਾ ਕਰਨਗੇ। ਸੰਗਤ ਨੂੰ ਸੋਝੀ ਹੋਈ ਉਹਨਾਂ ਦੇ ਬਚਨਾਂ ਦੇ ਨਾਲ। ਫਿਰ ਸੰਗਤ ਜੁੜੀ, ਸਿੱਖੀ ਸੇਵਕੀ ਇਕੱਠੀ ਹੋਈ। ਬਾਬੇ ਰੰਗਾ ਸਿੰਘ ਹੋਣਾ ਨੇ ਜਿਹੜੀ ਚਰਨ ਕਮਲਾਂ ਦੇ ਵਿੱਚ ਸੇਵਾ ਕੀਤੀ ਆ, ਉਹ ਨਿਸ਼ਕਾਮ ਸੇਵਾ ਕੀਤੀ, ਨਿਸਵਾਰਥ ਹੋ ਕੇ ਸੇਵਾ ਕੀਤੀ। ਭਤੀਜੇ ਵਾਲਾ ਜਿਹੜਾ ਸਾਕ ਸੀ, ਚਾਚੇ ਤੇ ਭਤੀਜੇ ਵਾਲਾ ਜਿਹੜਾ ਨਾਤਾ ਸੀ, ਬਾਬੇ ਰੰਗਾ ਸਿੰਘ ਹੋਣਾ ਨੇ ਭਤੀਜੇ ਵਾਲਾ ਸਾਕ ਜਿਹੜਾ ਸੀ ਆਪਣੇ ਦਿਲ ਤੋਂ ਹਟਾ ਦਿੱਤਾ ਸੀ ਤੇ ਸੱਚਾ ਬਾਪ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਕਿਤੇ ਸੱਚੇ ਪਾਤਸ਼ਾਹ ਨੇ ਘਰੋਂ ਬਾਹਰ ਨੂੰ ਨਿਕਲਣਾ, ਪਿੰਡੋਂ ਕਣਕਪੁਰੀ ਚੋਂ, ਤੇ ਸੱਥ ਦੇ ਵਿੱਚ ਜਿੱਥੇ ਕਿਤੇ ਜਿੱਦਾਂ ਤਖਤ ਪੋਸ਼ ਹੁੰਦੇ ਉੱਥੇ ਬੰਦਿਆਂ ਦੇ ਕੋਲ ਜੇ ਬਾਬੇ ਹੋਣਾ ਕਿਤੇ ਖਲੋਤੇ ਹੋਣਾ, ਮਹਾਰਾਜ ਨਾ ਜੇ ਕੋਲ ਆਉਣਾ ਤੇ ਬਾਬੇ ਹੋਣਾ ਉੱਥੇ ਸੱਚੇ ਪਿਤਾ ਜੀ ਕਹਿ ਕੇ ਤੇ ਚਰਨਾਂ ਤੇ ਨਮਸਕਾਰ ਕਰਨਾ। ਬਾਬੇ ਹੋਣਾ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਬਚਨ ਕਰਨਾ ਵੀ ਚਾਚਾ ਤੁਸੀਂ ਏਦਾਂ ਨਾ ਕਰਿਆ ਕਰੋ ਸਾਰਿਆਂ ਦੇ ਸਾਹਮਣੇ। ਤੇ ਜਦੋਂ ਚਾਚਾ ਭਤੀਜੇ ਨੂੰ ਮੱਥਾ ਟੇਕਦਾ ਤੇ ਫਿਰ ਵੇਖਣ ਵਾਲੇ ਨੂੰ ਉਹ ਠੀਕ ਨਹੀਂ ਲੱਗਦਾ। ਉਹਨਾਂ ਅੱਗੋਂ ਬਚਨ ਕਰਨਾ, ਉਹਨਾਂ ਕਹਿਣਾ ਜੀ ਤੁਸੀਂ ਸਾਡੇ ਧੁਰ ਦੇ ਬਾਪ ਜੇ ਤੇ ਅਸੀਂ ਤੇ ਤੁਹਾਨੂੰ ਮੱਥਾ ਟੇਕਣਾ ਹੀ ਹੈ ਜੀ, ਤੁਸੀਂ ਸਾਡੇ ਬਾਪ ਜੀ, ਸੱਚੇ ਪਿਤਾ ਜੀ। ਸ਼ਬਦ ਦੇ ਵਿੱਚ ਆਇਆ ਕਿ ਚਰਨ ਚਵਰ ਕਰੇ ਹੋਏ ਨਿਮਾਣ, ਮਾਣ ਜਿਹੜਾ ਖਤਮ ਕੀਤਾ ਅੰਦਰ ਔਰ ਨਿਮਾਣੇ ਹੋ ਗਏ, ਨਿਮਾਣੇ ਹੋ ਕੇ ਤੇ ਚਰਨਾਂ 'ਚ ਚਵਰ ਕੀਤਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਬਾਬੇ ਉਹਨਾਂ ਨੂੰ ਖਜ਼ਾਨਚੀ ਬਣਾਇਆ ਆਪਣੇ ਖਜ਼ਾਨੇ ਦਾ।
ਉਦੋਂ ਹੁਣ ਵਾਂਗੂ ਸਾਧਨ ਨਹੀਂ ਸੀ, ਪੈਦਲ ਹੀ ਜ਼ਿਆਦਾ ਯਾਤਰਾ ਜਾਂ ਕਿਤੇ ਕੋਈ ਸਾਈਕਲ ਮੋਟਰ ਗੱਡੀ ਵੀ ਵਿਰਲਾ ਕੋਈ ਟਾਵਾਂ ਹੁਣ ਵਾਂਗੂ ਨਹੀਂ ਸੀ। ਜੇ ਕਿਤੇ ਸਿੱਖੀ ਸੇਵਕੀ ਦੇ ਵਿੱਚ ਸੇਵਾ ਲੈਣ ਭੇਜਣਾ ਤੇ ਜੇ ਉਹਦੇ ਵਿੱਚੋਂ ਕਿਤੇ 1 ਰੁਪਈਆ ਵੀ ਨਹੀਂ ਵਰਤਣਾ ਤੇ ਸਾਰੀ ਮਾਇਆ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲਿਆ ਕੇ ਭੇੜਾ ਕਰ ਦੇਣਾ। ਜ਼ਿਆਦਾ ਸਫ਼ਰ ਪੈਦਲ ਕਰਨਾ ਇਹ ਮਹਾਰਾਜ ਦਾ ਖਜ਼ਾਨਾ ਹੈ ਤੇ ਇਹਦੇ ਵਿੱਚੋਂ ਮੈਂ ਨਾ ਮੇਰੇ ਤੋਂ ਵਰਤਿਆ ਜਾਵੇ ਕੋਈ ਪੈਸਾ। ਸੱਚੇ ਪਾਤਸ਼ਾਹ ਨੇ ਕਹਿਣਾ, ਚਾਚਾ ਤੁਸੀਂ ਤੁਰਿਆ ਨਾ ਕਰੋ, ਪੈਸੇ ਵਰਤ ਲਿਆ ਕਰੋ ਤੁਸੀਂ ਵਿੱਚੋਂ, ਕੋਈ ਗੱਲ ਨਹੀਂ ਧਿਆਨ ਮੰਨ। ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਬਾਬੇ ਹੋਣੀ ਤਾਂ ਜ਼ਿਆਦਾ ਯਾਤਰਾ ਪੈਦਲ ਹੀ ਕਰਦੇ ਆ, ਨਹੀਂ ਵਿੱਚੋਂ ਪੈਸਾ ਕੋਈ ਵਰਤਦੇ ਆਪਣੀ ਮਰਜ਼ੀ ਦੇ ਨਾਲ, ਤੇ ਫਿਰ ਸਿੱਖਾਂ ਨੇ ਵੱਖਰੀ ਮਾਇਆ ਦੇ ਦੇਣੀ ਕਿ ਬਾਬਾ ਜੀ ਆ ਤੁਸੀਂ ਆਪਣਾ ਕਿਰਾਇਆ ਭਾੜਾ ਲਾ। ਬਾਬੇ ਉਹਨਾਂ ਨੇ ਉਹ ਵੀ ਜਿਹੜੀ ਮਾਇਆ ਸੀ ਉਹ ਵੀ ਮਹਾਰਾਜ ਦੇ ਖਜ਼ਾਨੇ ਦੇ ਵਿੱਚ ਪਾ ਕੇ ਤੇ ਪਾਤਸ਼ਾਹ ਨੂੰ ਜਮ੍ਹਾਂ ਕਰਾ ਦਿੱਤਾ। ਐਸੇ ਨਿਸਵਾਰਥ ਹੋਏ ਸੀ, ਕੋਈ ਵੀ ਵਾਸ਼ਨਾ ਨਹੀਂ ਸੀ ਮਨ ਦੇ ਵਿੱਚ ਰਹਿ ਗਈ, ਕੇਵਲ ਚਰਨ ਕਮਲਾਂ ਦੀ ਪ੍ਰੀਤੀ ਦੇ ਪ੍ਰੀਤ ਕੀਤੀ ਆ। ਔਰ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਜਿਹੜਾ ਆਇਆ ਕਿ ਰੰਗਾ ਸਿੰਘ ਰੰਗ ਰੰਗੀਲੜਾ, ਇੱਕ ਰੰਗ ਪ੍ਰਭ ਦਾ ਜਾਣਿਆ, ਸੱਚੇ ਪ੍ਰਭ ਦਾ ਰੰਗ ਜਾਣਿਆ। ਬਾਪ ਕਰਕੇ ਮੰਨਿਆ, ਭਤੀਜਾ ਕਰਕੇ ਨਹੀਂ, ਭਤੀਜੇ ਵਾਲਾ ਸਾਕ ਹਟਾਤਾ। ਸੋ ਸੱਚੇ ਪਾਤਸ਼ਾਹ ਨੇ ਉਸ ਸੇਵਾ ਤੋਂ ਖੁਸ਼ ਹੋ ਕੇ ਤੇ ਵੇਖੋ ਸੱਚਖੰਡ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਆਪਣੇ ਚਰਨ ਕਮਲਾਂ ਦੇ ਵਿੱਚ ਲੈ ਗਏ ਦੇਸ਼ ਦਾ ਕੇ, ਔਰ ਆਪਣੀ ਈਸ਼ਵਰੀ ਤਾਕਤ ਜਿਹੜੀ ਆ ਜਿਹੜਾ ਜੋਤ ਸਰੂਪ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਸਦਾ ਰਹਿਣ ਵਾਲਾ। ਔਰ ਸੱਚੇ ਪਾਤਸ਼ਾਹ ਨੇ ਬਚਨ ਦੱਸਿਆ ਬਾਣੀ ਦੇ ਵਿੱਚ ਕਿ ਮੈਂ ਆਪਣੀ ਜੋਤ ਦੇ ਸੰਗ ਮਿਲਾ ਲਿਆ, ਜੋਤ ਦੇ ਵਿੱਚ ਮਿਲਾ ਲਿਆ, ਜਨਮ ਭਰਮ ਕੇ ਨਹੀਂ ਗਵਾਇਆ। ਭਰਮ ਦੇ ਭੁਲੇਖੇ 'ਚ ਜਨਮ ਨਹੀਂ ਕੱਢਿਆ ਕਿ ਸ਼ਾਇਦ ਇਹ ਈਸ਼ਰ ਹੈ ਵੀ ਆ ਕਿ ਨਹੀਂ, ਸ਼ਾਇਦ ਇਹ ਰੱਬ ਹੈ ਵੀ ਆ ਕਿ ਨਹੀਂ, ਇਸ ਭਰਮ ਦੇ ਭੁਲੇਖੇ ਦੇ ਵਿੱਚ ਨਹੀਂ ਪਏ। ਸੱਚਾ ਬਾਪ ਕਰਕੇ ਮੰਨਿਆ, ਜਨਮ ਨਹੀਂ ਗਵਾਇਆ ਭਰਮ ਭੁਲੇਖੇ ਦੇ ਵਿੱਚ ਪੈ ਕੇ। ਜਿੱਥੇ ਆਪਾਂ ਵਿਰਾਜਮਾਨ ਆ, ਜਿੱਥੇ ਆਪਾਂ ਬਹਿੰਦੇ ਹਾਂ, ਅਕਸਰ ਵਚਨ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਕਿ ਉਹ ਥਾਂ ਸੁਹਾਵਾਂ ਜਿੱਥੇ ਉਹਦੇ ਚਰਨ ਕਮਲਾਂ ਦੀ ਸ਼ੋਅ ਪ੍ਰਾਪਤ ਹੁੰਦੀ ਹੈ। ਇਹ ਥਾਂ ਸੁਹਾਵਾਂ ਜਿੱਥੇ ਆਪਾਂ ਬੈਠਦੇ ਹਾਂ, ਇਹ ਕਣਕਪੁਰੀ ਦੇ ਖੇਤ ਆ, ਨਗਰ ਕਣਕਪੁਰੀ ਨਹਿਰੋਂ ਪਾਰ ਆ। ਇੱਥੇ ਬਾਬੇ ਰੰਗਾ ਸਿੰਘ ਹੋਣਾ ਨੇ ਨਿਸਵਾਰਥ ਨਿਸ਼ਕਾਮ ਸੇਵਾ ਕੀਤੀ ਹੈ, ਔਰ ਇਸ ਧਰਤ ਦੇ ਉੱਪਰ ਹੀ ਸੱਚਾ ਬਾਪ ਮੰਨਿਆ ਤੇ ਆਪ ਸਿੱਖ ਦੇ ਸੇਵਕ ਬਣ ਕੇ ਵਿਚਰੇ। ਇੱਥੇ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰਿਪੂਰਨ ਪਰਮਾਤਮਾ ਜੀ ਦਾ ਇਸ ਧਰਤ ਦੇ ਉੱਪਰ ਦਰਸ਼ਨ ਕੀਤਾ ਹੈ। ਸਰਗਣ ਹੋ ਕੇ ਸੰਗ ਨਿਭਾਇਆ। ਬਾਬੇ ਹੋਰਾਂ ਨੇ ਸਿੱਖੀ ਸੇਵਕੀ ਨੂੰ ਵੀ ਬਾਬੇ ਹੋਣੀ ਸਮਝਾਉਂਦੇ ਰਹੇ ਬਚਨ ਮਹਾਰਾਜ ਜੀ। ਬਾਬੇ ਹਰਨਾਮ ਸਿੰਘ ਹੋਣਾ ਨੂੰ ਵੀ ਮਹਾਰਾਜ ਹੋਣਾ ਦੇ ਭਰਾ ਸੀ ਛੋਟੇ, ਉਹਨਾਂ ਨੂੰ ਵੀ ਬਾਬੇ ਰੰਗਾ ਸਿੰਘ ਹੋਣਾ ਸਮਝਾਉਣਾ ਕਿ ਹਰਨਾਮ ਸਿੰਘ ਤੂੰ ਭਰਾ ਵਾਲਾ ਸਾਕ ਨਾ ਰੱਖ ਮਹਾਰਾਜ ਦੇ ਨਾਲ, ਇਹ ਤਾਂ ਪਰਿਪੂਰਨ ਪਰਮਾਤਮਾ ਨੇ, ਤੇ ਜਿੱਦਾਂ ਅਸੀਂ ਵੇਖ ਬਿਰਧ ਸਰੀਰ ਹੈ ਤੇ ਦਰ ਘਰ ਦੀ ਸੇਵਾ ਕਰਦੇ ਆ, ਤੇ ਤੂੰ ਵੀ ਸੇਵਾ ਕਰਿਆ ਕਰ, ਭਰਾ ਵਾਲਾ ਸਾਕ ਨਾ ਰੱਖੇ ਨਾ ਸਮਝਾਉਣਾ। ਕਿਉਂਕਿ ਚਾਚੇ ਲੱਗਦੇ ਤੇ ਮੱਤ ਦਿੰਦੇ ਸੀ ਕਿ ਇਹ ਕਲੰਕ ਦਾ ਘਰ ਹੈ ਅਵਤਾਰ ਦਾ, ਤੇ ਇੱਥੇ ਜਿੰਨੀ ਹੋ ਸਕੇ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਤਨ ਮਨ ਦੇ ਨਾਲ। ਸਤਿਗੁਰੂ ਸੱਚਾ ਜਾਣੇ ਸ਼ਬਦ ਦੇ ਵਿੱਚ ਆਇਆ ਕਿ ਸਤਿਗੁਰੂ ਸੱਚਾ ਜਾਣੇ, ਜਾਣ ਕੇ ਸਤਿਗੁਰੂ ਸੱਚਾ ਸਮਝ ਕੇ ਸੇਵਾ ਕੀਤੀ ਆ, ਭਰਮ ਕੇ ਜਨਮ ਨਹੀਂ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਆਦ ਤੋਂ ਪਹਿਲਾਂ ਅਨਾਦਿ ਸਤਿਗੁਰੂ ਆ, ਔਰ ਆਦ ਨੂੰ ਸ਼ੁਰੂ ਕਰਕੇ ਆਦ ਨਿਰੰਜਨ, ਆਦ ਤੋਂ ਨਿਰੰਜਨ ਸਰੂਪ ਨੇ, ਨਿਰਮਲ ਸਰੂਪ ਨੇ, ਸੁੱਧ ਸਰੂਪ ਨੇ, ਨਿਰੰਜਨ ਰੂਪ ਨੇ, ਔਰ ਸਦਾ ਰਹਿਣ ਵਾਲੇ ਨੇ, ਅੰਤ ਤੱਕ ਰਹਿਣ ਵਾਲੇ ਨੇ। ਅੰਤ ਵੀ ਹੋ ਜਾਵੇ ਅਗਰ ਇਸ ਸ੍ਰਿਸ਼ਟੀ ਦਾ, ਤੇ ਅੰਤ ਦੇ ਬਾਅਦ ਵੀ ਰਹਿਣ ਵਾਲੇ ਨੇ, ਜੁਗਾਦ ਦੇ ਵਿੱਚ ਰਹਿਣ ਵਾਲੇ ਨੇ, ਹਰ ਸਮੇਂ ਦੇ ਵਿੱਚ ਰਹਿਣ ਵਾਲੇ ਨੇ, ਹਰ ਕਾਲ ਦੇ ਵਿੱਚ ਰਹਿਣ ਵਾਲੇ ਨੇ, ਔਰ ਸਰਬ ਘਟ ਦੇ ਵਿੱਚ ਜੋ ਸਰੂਪੀ ਵਸੇ ਹੋਏ ਨੇ। ਦੇਹ ਧਾਰੀ 52 ਸਾਲ
क्योंकि भगतां दे वास्ते ही केवल उन्हें परमात्मा नूं निर्गुण तो सरगुण रूप धारण करना पैंदा। महाराज शेर सिंह विष्णु भगवान सच्चे पातशाह जी ने जन भगतां दे वास्ते निर्गुण तो सरगुण जामा धारण कीता। परिपूर्ण परमात्मा जी ने सानू भी इस साखी तो इन्हां वचनां तो जोत स्वरूप वचनां तो सिखण दी ते समझण दी जरूरत है। क्योंकि इन्हां नूं असीं अगर मनदे हां, अमली जामा पहनदे हां, अपने उपर लागू करदे हां ते इहदे विच साडी किते भी हानि नहीं हुंदी। हर मैदान फतेह आ जे आपां धारणा करदे सच्चे सच्चे वचनां दी। इत्थे भी वचन सहाई ने ते अगांह तो दरगाह दे विच भी ये सहाई ने जे आपां मन लईए सच्चे पातशाह दे कहणे। अज पहली मगरिया लिखत आपां पढ़ांगे 24 नंबर ग्रंथ दे विचों। इस दे विच सच्चे पातशाह जी ने दस्या कि मैं सदा ही रहण वाला सतगुरु हां महाराज शेर सिंह विष्णु भगवान। मैं कदी भी नाश होने वाला नहीं, सदा रहण वाला हां। एक मैं मालक हां सारियां दा। सच्चे पातशाह महाराज शेर सिंह विष्णु भगवान जी नूं संत सतगुरु बाबा मणि सिंह जी ने भी अपना एक इष्ट मन के ते सजदा ते नमस्कार की। सच्चे पातशाह महाराज शेर सिंह विष्णु भगवान जी नूं सच्चे पातशाह महाराज पूरन सिंह जी ने भी अपना इष्ट रखा, इष्ट मन के ते नमस्कार की। जिस जगह ते नमस्कार की, जिस स्थान ते इन्हां दा सरगुण संग होया, कोई धरती आ कणकपुरी दी जिथे आपां बैठे कणकपुरी दे खेत। इत्थे ही सच्चे साहिब महाराज शेर सिंह विष्णु भगवान संघासन दे उपर विराजमान हुंदे ही शोभा पाउंदे सी। जिद्दां तारियां दे विच चंद शोभा पाउंदा, भगतां दे विच भगवान शोभा पाउंदा। और इस धरती दे उपर आ के इत्थे ही कणकपुरी दे विच ही सतगुरु मणि सिंह जी ने पहले दिन चरण कमलां ते नमस्कार की और संघासन दे उपर विराजमान करवाया। मर्यादा सिंघासन दी कणकपुरी तो चली। इत्थे ही आके महाराज पूरन सिंह जी सच्चे पातशाह महाराज शेर सिंह विष्णु भगवान जी दे चरण कमलां दे उपर नमस्कार करते रहे। जे अगर आपां महाराज पूरन सिंह जी और संत सतगुरु बाबा मणि सिंह जी की जीवनी पढ़ीए जां आपां बाणी दे विचों देखीए कि सतगुरु शब्द की जिहड़ी धार आ महाराज पूरन सिंह जी सतगुरु शब्द आद जुगाद सदा रहण वाली ताकत आ। सतगुरु शब्द अकाल पुरख महाराज शेर सिंह विष्णु भगवान जी दे सुतक होंदे और सतगुरु शब्द निर्गुण तो सरगुण जामा धारण किया मात लोक दे उपर। अकाल पुरख जी ने भी निर्गुण तो सरगुण जामा धारण किया और सरगुण संग बनया। और जीवन वेखो कि कितना महाराज पूरन सिंह जी ने कितना महाराज शेर सिंह नूं अपना सच्चा बाप चिट्ठियां दे उपर मन्निया, लिखतां दे विच लिख के भेजिया कि मैं आप जी दे चरण कमलां दी प्रीति मंगदा, आप जी दा सच्चा सिख ते सेवक हां। ये सत्य आ और ये सत्य आ। जदों सतगुरु मणि सिंह जी मल्ला पिंड छड्ड के आए 22 विसाख नूं, इसे दिन लिखिया कि मणि सिंह जगत दे जिहड़े धंधे सी काम छड्ड के उठ भजे कि सतगुरु तो बिना मेरी चीज़ इस टाइम जिहड़ी मैनूं सारी बुराई लगदी आ, कोई भी इस सृष्टि के उपर चीज़ मैनूं अपनी नहीं लगती। सतगुरु तो बिना सारी दुनिया की वस्त पराई आ। 22 विसाख का दिन सी। बरकी पहुंचे सच्चे सतगुरु के कोल, उथों सच्चा फल प्राप्त किया ते फल फुल लगा सतगुरु मणि सिंह की टाहणी नूं ते देखो किन्नी फुलवाड़ी अगे बनी, आशा नूं फल लगा। फिर आके सच्चे सतगुरु के चरणों के विच जदों दूरी वार फिर बरकी तो बाद घुवेंड आए। बाणी दे विच लिखिया कि जदों महाराज शेर सिंह विष्णु भगवान जी ने कहा कि मणि सिंह मैं घुवेंड की धरती के उपर प्रगट हो गया, आ जा मेरी सेवा दे विच आ जा। जुत्ती पैरों दे विच जोड़ा नहीं सी पाया। महाराज जी कहते कि मणि सिंह नंगे पैरी उठ भजा और इतना मस्ताना होया बचन सुन के साडा मस्ताना हो के सुध बुध भुल गई ते कणकपुरी नूं चल के आ गया कि सच्चे सतगुरु का कणकपुरी च जाके दर्शन पाउणा है ते ओनूं मिलना है।
ਇਹ ਆ ਪ੍ਰੀਤ ਦੀ ਗੱਲ, ਇਹ ਆ ਪ੍ਰੇਮ ਦੀ ਗੱਲ। ਕਿਸ ਤਰ੍ਹਾਂ ਵੇਖੋ ਇਹਨਾਂ ਨੇ ਮੰਨਿਆ। ਬਾਬੇ ਰੰਗਾ ਸਿੰਘ ਹੁਣਾਂ ਦਾ ਬਿਰਧ ਸਰੀਰ ਸੀ, ਆਜੂ ਕਾਫੀ ਸੀ, ਲੇਕਿਨ ਫਿਰ ਵੀ ਉਹ ਹੱਥਾਂ ਦੇ ਨਾਲ ਲੰਗਰ ਦੇ ਵਿੱਚ, ਇਸ ਦਰ ਘਰ ਦੇ ਵਿੱਚ ਸੇਵਾ ਜਿਹੜੀ ਆ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਕਰਦੇ ਰਹੇ ਆ। ਔਰ ਉਸ ਸੇਵਾ ਦੇ ਫਲ ਸਰੂਪ ਦੇਖੋ 4 ਯੁੱਗ ਤੱਕ ਗ੍ਰੰਥ ਦੇ ਵਿੱਚ ਵਡਿਆਈ ਤੇ ਮਾਣ ਮਿਲ ਗਿਆ। 4 ਯੁੱਗ ਤੱਕ ਸ਼ਬਦ ਪੜ੍ਹੇ ਜਾਣੇ ਆ, ਬਾਣੀ 'ਚੋਂ ਆਪਾਂ ਲਿਖਤਾਂ ਪੜ੍ਹਨੀਆਂ ਨੇ। ਹੁਣ ਆਪਾਂ ਪੜ੍ਹ ਰਹੇ ਹਾਂ, ਆਉਣ ਵਾਲੇ ਜਿਹੜੇ ਸਿੱਖ ਭਗਤ ਆ ਉਹ ਪੜ੍ਹਨਗੇ, ਉਹ ਯਾਦ ਕਰਨਗੇ। ਔਰ ਗੁਣ ਗਾਣ, ਨਾਮ ਨੂੰ ਵਡਿਆਈ ਦਿੱਤੀ ਔਰ ਮਹਿਮਾ ਜਿਹੜੀ ਆ ਹੁੰਦੀ ਰਹਿਣੀ ਹੈ। ਇਹ ਸਾਰਾ ਕੁਝ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਰਨ ਕਮਲਾਂ ਚੋਂ ਇਹ ਦਾਤ ਪ੍ਰਾਪਤ ਹੁੰਦੀ ਆ, ਜਿਹੜੀ ਮਾਨ ਤੇ ਵਡਿਆਈ ਮਿਲਦੀ ਹੈ। ਸੱਚੇ ਪਾਤਸ਼ਾਹ ਜੀ ਜੋਤ ਸਰੂਪ ਬਚਨਾਂ ਦੇ ਵਿੱਚ ਦੱਸਦੇ ਆ ਕਿ ਅਮਲੀਆ, ਤੁਹਾਨੂੰ ਮਾਣ ਦੇਣ ਵਾਲੇ ਅਸੀਂ ਆ, ਅਸੀਂ ਹੀ ਤੁਹਾਨੂੰ ਮਾਣ ਤੇ ਵਡਿਆਈ ਦਿੰਦੇ ਆ, ਹੋਰ ਤੁਹਾਨੂੰ ਕੋਈ ਮਾਣ ਤੇ ਵਡਿਆਈ ਨਹੀਂ ਦੇ ਸਕਦਾ। ਆਪਾਂ ਇੱਕ ਮਗਰ ਦੀ ਲਿਖਤ ਹੁਣ ਪੜ੍ਹਨੀ ਆ, ਥੋੜੀ ਜਿਹੀ ਲਿਖਤ ਹੈ, ਇੱਕ ਸਾਰ ਲਿਖਤ ਪੜੂੰਗਾ। ਇਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਓ ਸਾਰੇ ਹਰ ਸੰਗਤ ਭੈਣ ਭਰਾਵਾਂ ਨੂੰ ਕਿ ਇੱਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਤੋਂ ਸਮਰੱਥ ਤਾਕਤ ਤੇ ਸਦਾ ਰਹਿਣ ਵਾਲੀ ਤਾਕਤ ਹੈ। 2 ਜਹਾਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। 3 ਲੋਕਾਂ ਦੇ ਤਰਲੋਕੀ ਦੇ ਮਾਲਕ ਆ, ਔਰ ਹਰ ਜਗ੍ਹਾ ਦੇ ਉੱਪਰ, ਹਰ ਘਟ ਦੇ ਵਿੱਚ ਨਿਰਾਕਾਰ ਸਰੂਪ ਦੇ ਵਿੱਚ ਸਰਬ ਵਿਆਪੀ ਸਭ ਦੇ ਵਿੱਚ ਵਸ ਰਿਹਾ। ਸਾਡੇ ਜਨ ਭਗਤ ਤੋਂ ਅੰਦਰ ਵੀ ਨੇ, ਬਾਹਰੀ ਬੰਦ ਜਿਹੜੀ 5 ਤੱਤ ਦੇ ਇਹ ਵੀ ਇਹਨਾਂ ਦਾ ਆਕਾਰ ਆ। ਅੰਦਰ ਵੀ ਆਪ ਆ, ਬਾਹਰ ਵੀ ਆਪ ਆ, ਗੁਪਤ ਵੀ ਆਪ ਆ, ਜ਼ਾਹਰ ਵੀ ਆਪ ਆ, ਨਿਰਗੁਣ ਵੀ ਆਪ ਆ, ਸਰਗੁਣ ਵੀ ਆਪ ਆ। ਸਿਫਰ ਤੋਂ ਸਰਗੁਣ ਤੋਂ ਸਿਫਰ, ਸਿਫਰ ਤੋਂ ਇੱਕ ਸ਼ਬਦ ਫੋਟੋ ਜ ਆਪਾਂ ਪੜ੍ਹਦੇ ਹਾਂ, 20 ਸਖੀਸਾ ਹਰ ਜਗਦੀਸਾ 24 ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ। ਅਗਰ ਹਰ ਸੰਤ ਜੀਓ ਸਾਨੂੰ 20 ਅਕੀਸੇ ਦਾ ਮੂਲ ਰੂਪ ਦੇ ਵਿੱਚ ਅਰਥ ਭਾਵ ਪਤਾ ਲੱਗ ਜਾਵੇ ਤੇ 24 ਗ੍ਰੰਥ ਇਸੇ ਧਾਰ ਨੂੰ ਹੀ ਬਿਆਨ ਕਰ ਰਹੇ ਨੇ। ਨਿਰਗੁਣ, ਸਰਗੁਣ, ਸਰਗੁਣ, ਨਿਰਗੁਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਜੀ ਦੀ ਇਹ ਸਾਰੀ ਆਪਣੀ ਖੇਡ ਆ। ਨਿਰਗੁਣ ਵੀ ਸੱਚੇ ਪਾਤਸ਼ਾਹ ਜੀ ਆਪ ਨੇ, ਔਰ ਦੇਹ ਕਰਕੇ ਸਰਗੁਣ ਵੀ ਸੱਚੇ ਪਾਤਸ਼ਾਹ ਜੀ ਆਪ ਨੇ। ਨਿਰਗੁਣ ਸਰਗੁਣ ਦੋਏ ਸਰੂਪ ਮਹਾਰਾਜ ਜੀ ਦੇ ਆਪੇ ਆਪ ਆ। ਏਕਾ ਜੋਤੀ 2 ਸਰੂਪ ਆਪੇ ਆਪ ਮਹਾਰਾਜ ਜੀ ਕਹਿੰਦੇ ਆ। ਨਿਰਗੁਣ ਕਰਕੇ ਸ਼ਬਦ ਰੂਪ ਮਹਾਰਾਜ ਕਹਿੰਦੇ ਆ, ਸ਼ਬਦੀ ਤੂਰ ਆ। ਸਰਗੁਣ ਸਰੂਪ ਜਦ ਧਾਰਨ ਕਰ ਲੈਨੇ ਤੇ ਸਰਗੁਣ ਸਰੂਪ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੱਸਦੇ ਸਾਨੂੰ ਕਿ ਮੈਂ ਸਤਿਗੁਰੂ ਪੂਰਾ ਹਾਜ਼ਰ ਹਜ਼ੂਰ ਆ। ਜਿੱਦਾਂ 52 ਸਾਲ ਸਤਿਗੁਰੂ ਪੂਰੇ ਹਾਜ਼ਰ ਹਜ਼ੂਰ ਰਹੇ, ਕਿਉਂਕਿ ਸਰਗੁਣ ਰੂਪ ਧਾਰਨ ਹੀ ਮਹਾਰਾਜ ਜੀ ਕਹਿੰਦੇ ਕਿ ਮੈਂ ਇਸ ਕਰਕੇ ਕਰਦਾ ਕਿ ਜੀਵ ਜੰਤ ਜਿਹੜੇ ਆ ਮੇਰਾ ਦਰਸ਼ਨ ਦੀਦਾਰ ਕਰਕੇ ਇਸ ਭਵ ਸਾਗਰ ਚੋਂ ਪਾਰ ਹੋ ਸਕਣ। ਕਿਉਂਕਿ ਨਿਰਗੁਣ ਨਿਰਾਕਾਰ ਮੇਰੇ ਸਰੂਪ ਨੂੰ ਇਹਨਾਂ ਜਗਤ ਨੇਤਰਾਂ ਨਾਲ, ਇਸ ਦ੍ਰਿਸ਼ਟੀ ਨਾਲ ਤੁਸੀਂ ਵੇਖ ਨਹੀਂ ਸਕਦੇ, ਨਾ ਹੀ ਅਨੁਭਵ ਕਰ ਸਕਦੇ। ਇਸੇ ਕਰਕੇ ਹੀ ਮੈਨੂੰ ਆਉਣਾ ਪੈਂਦਾ ਹੈ ਦਰਸ਼ ਦੀਦਾਰ ਦੇ ਕੇ ਪਾਰ ਲਾਉਣ ਵਾਸਤੇ ਔਰ ਲੈਣਾ ਦੇਣਾ ਦੇਣ ਵਾਸਤੇ। ਮਗਰ ਦੀ ਲਿਖਤ ਪੜ੍ਹਦੇ ਹਾਂ ਔਰ ਆਪ ਹੀ ਸਾਰਿਆਂ ਨੇ ਸੁਣਨੀ। 24 ਨੰਬਰ ਗ੍ਰੰਥ ਹੈ। 1111 ਨੰਬਰ ਪੇਜ ਦੇ ਥੱਲੇ ਲਿਖਤ ਸ਼ੁਰੂ ਹੁੰਦੀ ਹੈ। ਪਹਿਲੀ ਮਗਰ ਸ਼ਹਿਨਸ਼ਾਹੀ ਸੰਮਤ 11 ਰਣਜੀਤ ਕੌਰ ਦੇ ਗ੍ਰਹਿ ਪਿੰਡ ਚੜੇਕ ਜ਼ਿਲ੍ਹਾ ਫਰੀਦਕੋਟ। ਸਤਿਗੁਰ ਸਾਚਾ ਸ਼ਾਹੋ ਹੈ ਆਦ ਜੁਗਾਦੀ ਏਕੋ ਵਡ ਦਾਤਾ ਬੇਪਰਵਾਹੋ ਹੈ। ਬਖਸ਼ੇ ਚਰਨ ਸ਼ਰਨ ਸੱਚ ਟੇਕੋ ਮਿਹਰਬਾਨ ਗਮ ਅਥਾਹੋ ਹੈ। ਖੇਲੇ ਖੇਲ ਵਾਰ ਅਨੇਕੋ ਹੁਕਮ ਸੰਦੇਸ਼ਾ ਦੇਵੇ ਤੁਰ ਦਰਗਾਹੋ ਹੈ।
ਜਨ ਭਗਤਾਂ ਕਰੇ ਬੁੱਧ ਵਿਵੇਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੋ, ਏਕਾ ਦੇਣਾ ਸਾਚਾ ਵਰ, ਤ੍ਰੈ ਗੁਣ ਮਾਇਆ ਮਿਟੇ ਸੇਕ, ਸਤਿਗੁਰ ਸਾਚਾ ਸ਼ਾਹੋ ਭੂਪ, ਹਰ ਕਰਤਾ ਤੁਰ ਦਰਗਾ, ਖੇਲੇ ਖੇਲ ਬਿਨ ਰੰਗ ਰੂਪ, ਮਾਲਕ ਹੋ ਕੇ ਦੋ ਜਹਾਨ, ਪਾਗ ਲਗਾਏ ਕਾਇਆ ਪੰਜ ਭੂਤ, ਜਨ ਭਗਤਾਂ ਹੋਏ ਸਹਾਰ, ਵੇਖਣ ਹਾਰਾ ਚਾਰੇ ਕੂਟ, ਨਿਰਗੁਣ ਨਿਰਵੈਰ ਆਪਣਾ ਪੇਵਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੋ, ਦੇਵਨ ਹਾਰਾ ਸਾਚਾ ਵਰ, ਸੱਚ ਦੀ ਕਰਨੀ ਕਾਰ ਕਮਾਲ, ਸਤਿਗੁਰ ਸਾਚਾ ਆਦ ਹੈ, ਆਦ ਨਿਰੰਜਨ ਪੁਰਖ ਅਵਿਨਾਸ਼, ਜੋ ਵਸੇ ਬ੍ਰਹਮ ਬ੍ਰਹਮਾਦ ਹੈ, ਜੁਗ ਜੁਗ ਖੇਲ ਖੇਲੇ ਤਮਾਸ਼, ਵਜਾਵਣ ਹਾਰਾ ਸਾਚਾ ਨਾਦ ਹੈ, ਲੇਖਾ ਜਾਣੇ ਪਵਨ ਸੁਵਾਸ, ਮੇਟਣ ਹਾਰਾ ਵਾਦ ਵਿਵਾਦ ਹੈ, ਜਨ ਭਗਤ ਸਹੇਲੇ ਕਰੇ ਆਪਣੇ ਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੋ, ਦੇਵਨ ਹਾਰਾ ਸਾਚਾ ਵਰ, ਹਰ ਜਨ ਮਾਨਸ ਜਨਮ ਕਰੇ ਰਾਸ, ਸਤਿਗੁਰ ਸਾਚਾ ਆਦ ਨਿਰੰਜਨ, ਨਿਰਵੈਰ ਏਕ ਖਵਾਈਆ, ਨਿਰਗੁਣ ਸਰਗੁਣ ਕਰਦ ਦੁਖ ਪੈ ਭੰਜਨ, ਭਵ ਸਾਗਰ ਪਾਰ ਕਰਾਈਆ, ਚਰਨ ਧੂੜ ਕਰਾਏ ਸਾਚਾ ਮੰਜਨ, ਦੁਰਮਤ ਮੈਲ ਧਵਾਈਆ, ਨੇਤਰ ਨਾਮ ਨਿਧਾਨਾ ਪਾਏ ਕਜਲ, ਨੂਰ ਨਰਾਨਾ ਕਰ ਰੁਸ਼ਨਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੋ, ਦੇਵਨ ਹਾਰਾ ਸਾਚਾ ਵਰ, ਸੱਚ ਦਾ ਸੰਗੀ ਆਪ ਅਖਵਾਈਆ, ਸਤਿਗੁਰ ਸਾਚਾ ਏਕੰਕਾਰਾ, ਅਕਲ ਕਲ ਤਾਰੀ ਇਕ ਅਖਵਾਈਆ, ਜੋ ਵੇਖਣ ਹਾਰ ਸਰਬ ਸੰਸਾਰਾ, ਸੰਸਾਰੀ ਪੰਡਾਰੀ ਸੰਗਾਰੀ ਨਾਲ ਮਿਲਾਈਆ, ਜਨ ਭਗਤਾਂ ਦੇਵਨ ਹਾਰ ਦਤਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ, ਚਰਨ ਪ੍ਰੀਤੀ ਬਖਸ਼ ਪਿਆਰਾ, ਪ੍ਰੀਤਮ ਹੋ ਕੇ ਵੇਖ ਵਖਾਈਆ, ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰੋ। ਦੇਵਨ ਹਾਰਾ ਸਾਚਾ ਵਰ, ਨਿਹ ਕਲੰਕ ਨਰੈਣ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਕਰ ਉਜਿਆਰਾ। ਉਜਲ ਆਪਣਾ ਆਪ ਕਰਾਈਆ। ਇਹ ਪਹਿਲੀ ਮਗਰ ਦੀ ਥੋੜੀ ਜਿਹੀ ਲਿਖਿਆ ਜਿਹੜੀ ਆਪਾਂ ਸਾਂਝੀ ਕੀਤੀ ਹੈ। ਜਿਹੜੇ ਆਪਾਂ ਬਚਨ ਸਾਂਝੇ ਕੀਤੇ ਆ, ਥੱਲੇ ਆ ਕੇ ਮੋਹਰ ਲੱਗੀ ਆ, ਜੋਤੀ ਜੋ ਸਰੂਪ ਹਰ, ਆਪ ਤੇ ਆਪਣੀ ਕਿਰਪਾ ਕਰ। ਦੇਵਨ ਹਾਰਾ ਸਾਚਾ ਵਰ, ਨੇਕ ਕਲੰਕ ਨਰੈਣ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਕਰ ਉਜਿਆਰਾ। ਉਜਲੇ ਆਪਣਾ ਆਪ ਕਰਾਈ। ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਨਾਮ ਦੀ ਇਹ ਮੋਹਰ ਆ 24 ਗ੍ਰੰਥਾਂ ਦੇ ਉੱਪਰ। ਜਿੱਥੇ ਜਾ ਕੇ ਬਾਣੀ ਦਾ ਬੰਦ ਖਤਮ ਹੁੰਦਾ, ਜਾਂ ਜਿੱਥੇ ਬਾਣੀ ਖਤਮ ਹੁੰਦੀ, ਜਾਂ ਜਿੱਥੇ ਵਿੱਚ ਵਾਕ ਬਾਣੀ ਦਾ ਇੱਕ ਬਚਨ ਬੋਲ ਕੇ ਫਿਰ ਅੱਗੇ ਸ਼ੁਰੂ ਕਰਦੇ ਆ ਬਚਨ ਦੇ ਅੰਤ ਦੇ ਵਿੱਚ 24 ਗ੍ਰੰਥਾਂ ਦੇ ਵਿੱਚ। ਏਦਾਂ ਹੀ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਜੀ ਦੇ ਨਾਮ ਦੀ ਮੋਹਰ ਜਿਹੜੀ ਗ੍ਰੰਥ ਦੇ ਉੱਪਰ ਆ ਰਹੀ ਹੈ। ਹੁਣ ਆਪਾਂ ਬਾਣੀ ਸਰਵਣ ਕੀਤੀ ਆ। ਬਾਣੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਕੋਈ ਭੁਲੇਖਾ ਨਹੀਂ ਛੱਡਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ ਇਹ 24 ਗ੍ਰੰਥ ਗਾ ਰਹੇ ਆ, ਮਹਿਮਾ ਗਾ ਰਹੇ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ। ਪੁਰਾਤਨ ਬਾਣੀਆਂ ਨੇ, ਪੂਰਬਲੀਆਂ ਬਾਣੀਆਂ ਨੇ ਵੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ ਗਾਇਆ। ਵੱਖ-ਵੱਖ ਸਰੂਪਾਂ ਦੇ ਵਿੱਚ ਖੇਲ ਕੀਤਾ, ਲੇਕਿਨ ਇੱਕ ਪਰਮਾਤਮਾ ਕਰਕੇ ਅਕੀਸਾ ਜਿਸ ਨੂੰ ਕਹਿੰਦੇ ਆ, ਸਰਬ ਸਰਗੁਣ ਧਾਰਾ ਨੂੰ ਭੇਜਣ ਵਾਲਾ, ਜਿਹੜਾ ਪਿੱਛੇ ਇੱਕ ਮਾਲਕ ਸੀ ਸਾਰਿਆਂ ਦਾ, ਪਤ ਪਰਮੇਸ਼ਵਰ ਜਿਹੜਾ ਸੀ, ਉਹ ਇੱਕ ਸੱਚਖੰਡ ਦੇ ਵਿੱਚ ਜਿਹੜਾ ਬੈਠਾ ਸੀ, ਉਹਨੂੰ ਹੀ ਸਾਰੀਆਂ ਸਰਗੁਣ ਧਾਰਾ ਨੇ ਗਾਇਆ। ਜਿਸ ਤਰ੍ਹਾਂ ਅਵਤਾਰ ਸਹਿਬਾਨ ਆਏ, ਪੈਗੰਬਰ ਸਹਿਬਾਨ ਆਏ ਆ, ਗੁਰੂ ਸਹਿਬਾਨ ਆਏ ਆ, ਭਗਤ ਸਰਗੁਣ ਹੋਏ 18, ਔਰ ਬਾਣੀਆਂ ਦੇ ਵਿੱਚ ਵੱਖ-ਵੱਖ ਢੰਗ ਤਰੀਕੇ ਨਾਲ ਇੱਕ ਮਾਲਕ ਨੂੰ ਹੀ ਗਾਇਆ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ। ਇਸ ਦਾ ਭੇਦ ਇਹਨਾਂ ਗ੍ਰੰਥਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਸਾਰਿਆਂ ਨੇ ਵੱਖੋ-ਵੱਖ ਢੰਗ ਦੇ ਨਾਲ ਮੈਨੂੰ ਹੀ ਕੇਵਲ ਇੱਕ ਨੂੰ ਗਾਇਆ, ਔਰ ਇੱਕ ਮੈਂ ਹੀ ਸਾਰਿਆਂ ਦਾ ਮਾਲਕ ਹਾਂ। ਹੁਣ ਆਪਾਂ ਲਿਖਤ ਥੋੜੀ ਜਿਹੀ ਹੋਰ ਪੜ੍ਹਨੀ ਹੈ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਇਸ਼ਟ ਬਾਰੇ।